ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਤੇ। ਅੱਜ ਜਿਸ ਚੈਪਟਰ ਨੂੰ ਆਪਾਂ ਪੜ੍ਹਨ ਜਾ ਰਹੇ ਹਾਂ ਇਹ ਹੈ ਜੀ 7th ਕਲਾਸ NCERT ਜਿਓਗ੍ਰਾਫੀ ਦਾ 4th ਲੈਸਨ। ਪੰਜਾਬ ਐਜੂਕੇਸ਼ਨ ਚੈਨਲ ਤੇ ਸੀਰੀਜ਼ ਚੱਲ ਰਹੀ ਹੈ ਜੀ, ਜਿਸ ਦੇ ਅੰਦਰ ਆਪਾਂ 6th ਕਲਾਸ ਦੀ ਜਿਓਗ੍ਰਾਫੀ ਨੂੰ ਕੰਪਲੀਟ ਕਰ ਚੁੱਕੇ ਹਾਂ। ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਜੀ 7th ਕਲਾਸ ਦੀ ਜਿਓਗ੍ਰਾਫੀ, ਜਿਸ ਦੇ ਅੰਦਰ ਜੀ ਆਪਾਂ 3 ਲੈਸਨ ਆਲਰੇਡੀ ਕਰ ਚੁੱਕੇ ਹਾਂ। ਅੱਜ ਜੋ ਲੈਸਨ ਆਪਾਂ ਪੜ੍ਹਨ ਜਾ ਰਹੇ ਹਾਂ ਇਹ ਹੈ ਜੀ 7th ਕਲਾਸ NCERT ਜਿਓਗ੍ਰਾਫੀ ਦਾ 4th ਲੈਸਨ, ਜਿਸ ਦਾ ਟਾਈਟਲ ਹੈ ਜੀ 에ਅਰ ਯਾਨੀ ਕਿ ਹਵਾ। ਕਿਸੇ ਵੀ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ ਗੱਲ ਕਰਦੇ ਹਾਂ ਜੀ CTET, PSTET, DSSS, KVS, NVS, IPS, IAS ਸਭ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰਨ ਲਈ ਜੀ ਤੁਹਾਨੂੰ NCERT ਨੂੰ ਜੀ ਪੜ੍ਹਨਾ ਪੈਂਦਾ ਹੈ। ਤੇ ਕੇਵਲ ਪੰਜਾਬ ਐਜੂਕੇਸ਼ਨ ਤੇ ਜੀ ਤੁਹਾਨੂੰ NCERT ਜਿਓਗ੍ਰਾਫੀ ਪੰਜਾਬੀ ਦੇ ਵਿੱਚ ਮਿਲੇਗੀ, ਹੋਰ ਕਿਸੇ ਵੀ ਚੈਨਲ ਤੇ ਜੀ YouTube ਤੇ ਤੁਹਾਨੂੰ ਪੰਜਾਬੀ ਦੇ ਵਿੱਚ NCERT ਨਹੀਂ ਮਿਲੇਗੀ। ਜੇਕਰ ਤੁਸੀਂ 6th ਕਲਾਸ ਅਤੇ 7th ਕਲਾਸ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਜੀ ਉਹਨਾਂ ਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ 'ਚ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਕੰਪੀਟੀਟਿਵ ਐਗਜ਼ਾਮ ਪ੍ਰੈਪਰੇਸ਼ਨ ਅਤੇ ਲੇਟੈਸਟ ਗਵਰਨਮੈਂਟ ਜੌਬ ਅਪਡੇਟ ਲਈ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਟੈਲੀਗ੍ਰਾਮ ਤੇ ਤੁਹਾਨੂੰ ਸਾਰੀ ਵੀਡੀਓਜ਼ ਦੇ PDF ਜੀ ਫ੍ਰੀ ਆਫ ਕਾਸਟ ਮਿਲ ਜਾਣਗੇ। ਲਿੰਕ ਇਨ ਡਿਸਕ੍ਰਿਪਸ਼ਨ ਬਾਕਸ, ਹੁਣੇ ਜਾ ਕੇ ਫੋਲੋ ਕਰੋ ਜੀ। ਸਭ ਤੋਂ ਪਹਿਲਾਂ ਵੇਖਦੇ ਹਾਂ ਉਹਨਾਂ ਟੌਪਿਕਸ ਨੂੰ ਜਿਨ੍ਹਾਂ ਨੂੰ ਅੱਜ ਦੇ ਚੈਪਟਰ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਵਾਯੂਮੰਡਲ ਦੇ ਘਟਕਾਂ ਬਾਰੇ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਵਾਯੂਮੰਡਲ ਦੀ ਸੰਰਚਨਾ ਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਮੌਸਮ ਅਤੇ ਜਲਵਾਯੂ ਬਾਰੇ। ਮੌਸਮ ਅਤੇ ਜਲਵਾਯੂ ਬਾਰੇ ਦੇਖਣ ਤੋਂ ਬਾਅਦ ਜੀ ਆਪਾਂ ਪੜਾਂਗੇ ਤਾਪਮਾਨ ਕੀ ਹੁੰਦਾ ਹੈ। ਤਾਪਮਾਨ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਵਾਯੂ ਦਾਬ ਬਾਰੇ ਯਾਨੀ ਕਿ 에ਅਰ ਪ੍ਰੈਸ਼ਰ ਬਾਰੇ, ਤੇ ਬਾਅਦ ਵਿੱਚ ਦੇਖਾਂਗੇ ਜੀ 에ਅਰ ਪ੍ਰੈਸ਼ਰ ਬੈਲਟਸ ਕਿਹੜੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਪਵਨ ਕੀ ਹੈ ਯਾਨੀ ਕਿ ਵਿੰਡ ਕੀ ਹੈ, ਵਿੰਡ ਦੀਆਂ ਟਾਈਪਸ ਬਾਰੇ, ਤੇ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਨਮੀ ਕੀ ਹੁੰਦੀ ਹੈ ਯਾਨੀ ਕਿ ਮੋਇਸਚਰ ਕਿਸ ਨੂੰ ਕਿਹਾ ਜਾਂਦਾ ਹੈ। ਵਾਯੂਮੰਡਲ ਦੇ ਘਟਕਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਕਿ ਵਾਯੂਮੰਡਲ ਹੈ ਕੀ। ਧਰਤੀ ਦੇ ਚਾਰੇ ਪਾਸੇ ਜੀ ਗੈਸਾਂ ਦਾ ਇੱਕ ਗਲਾਫ ਪਾਇਆ ਜਾਂਦਾ ਹੈ ਜੋ 1600 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਨੂੰ ਹੀ ਕਿਹਾ ਜਾਂਦਾ ਹੈ ਜੀ ਵਾਯੂਮੰਡਲ ਯਾਨੀ ਕਿ ਐਟਮੋਸਫੇਅਰ। ਇਹ ਵਾਯੂਮੰਡਲ ਹੀ ਹੈ ਜੀ ਜਿਸ ਕਰਕੇ ਧਰਤੀ ਦੇ ਉੱਤੇ ਜੀਵਨ ਸੰਭਵ ਹੋ ਸਕਿਆ ਹੈ। ਵਾਯੂਮੰਡਲ ਦੇ ਵਿੱਚੋਂ ਹੀ ਜੀ ਆਪਾਂ ਨੂੰ ਆਕਸੀਜਨ ਗੈਸ ਮਿਲਦੀ ਹੈ, ਜਿਸ ਦੇ ਰਾਹੀਂ ਸਾਰੇ ਸਜੀਵ ਧਰਤੀ ਦੇ ਉੱਤੇ ਸਾਹ ਲੈਂਦੇ ਹਨ। ਇਸ ਤੋਂ ਇਲਾਵਾ ਜੀ ਜੋ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਮੌਜੂਦ ਹੈ, ਉਸ ਦੀ ਵਰਤੋਂ ਜੀ ਪੌਦੇ ਕਰਦੇ ਨੇ ਆਪਣਾ ਭੋਜਨ ਤਿਆਰ ਕਰਨ ਲਈ। ਵਾਯੂਮੰਡਲ ਦਾ ਰੋਲ ਜੀ ਕੇਵਲ ਇੰਨੇ 'ਚ ਨਹੀਂ ਖਤਮ ਹੋ ਜਾਂਦਾ, ਇਸ ਤੋਂ ਇਲਾਵਾ ਵੀ ਵਾਯੂਮੰਡਲ ਬਹੁਤ ਕੰਮ ਕਰਦਾ ਹੈ ਜੀ। ਵਾਯੂਮੰਡਲ ਹੀ ਹੈ ਜਿਸ ਕਰਕੇ ਜੋ ਧਰਤੀ ਹੈ ਜੀ ਇਹ ਰਹਿਣ ਦੇ ਲਾਇਕ ਹੋਈ ਹੈ, ਕਿਉਂਕਿ ਵਾਯੂਮੰਡਲ ਜੀ ਧਰਤੀ ਨੂੰ ਦਿਨ ਵੇਲੇ ਬਹੁਤ ਜ਼ਿਆਦਾ ਗਰਮ ਨਹੀਂ ਹੋਣ ਦਿੰਦਾ ਤੇ ਰਾਤ ਵੇਲੇ ਜੀ ਧਰਤੀ ਨੂੰ ਬਹੁਤ ਵਧੇਰੇ ਠੰਡੀ ਨਹੀਂ ਹੋਣ ਦਿੰਦਾ, ਜਿਸ ਕਰਕੇ ਜੋ ਤਾਪਮਾਨ ਆ ਜੀ ਧਰਤੀ ਤੇ ਜੀਵਿਤ ਰਹਿਣ ਦੇ ਅਨੁਕੂਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੋ ਵਾਯੂਮੰਡਲ ਹੈ ਜੀ ਇਹ ਆਪਾਂ ਨੂੰ ਸੂਰਜ ਤੋਂ ਆਉਣ ਵਾਲੀਆਂ ਜੋ ਅਲਟਰਾ ਵਾਇਲਟ ਕਿਰਨਾਂ ਜੀ, ਜੋ ਪਰਾਵੈਂਗੜੀ ਕਿਰਨਾਂ, ਉਹਨਾਂ ਤੋਂ ਵੀ ਬਚਾਉਂਦੀ ਹੈ। ਜੇਕਰ ਜੀ ਵਾਯੂਮੰਡਲ ਨਾ ਹੋਵੇ ਤਾਂ ਧਰਤੀ ਉੱਤੇ ਵੀ ਇੱਕ ਦਿਨ ਵੀ ਜੀਵਨ ਸੰਭਵ ਨਾ ਹੋ ਸਕੇ ਜੀ। ਵਾਯੂਮੰਡਲ ਕੀ ਹੈ ਤੇ ਕੀ ਕੰਮ ਕਰਦਾ ਹੈ ਜੀ, ਇਹ ਜਾਣਨ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਵਾਯੂਮੰਡਲ ਦੇ ਘਟਕ ਕਿਹੜੇ ਨੇ। ਸਭ ਤੋਂ ਪਹਿਲਾਂ ਜੀ ਤੁਸੀਂ ਆਹ ਡਾਇਗਰਾਮ ਨੂੰ ਦੇਖੋ, ਜਿਸ ਦੇ ਵਿੱਚ ਵਾਯੂਮੰਡਲ ਦੇ ਵਿੱਚ ਮੌਜੂਦ ਜੀ ਗੈਸਾਂ ਨੂੰ ਦਿਖਾਇਆ ਗਿਆ ਹੈ। ਵਾਯੂਮੰਡਲ ਦੇ ਵਿੱਚ ਜੀ 2 ਮੁੱਖ ਗੈਸਾਂ ਨੇ, ਜਿਸ ਦੇ ਵਿੱਚ ਪਹਿਲੀ ਹੈ ਜੀ ਆਕਸੀਜਨ ਜਿਹੜੀ 21% ਹੈ ਜੀ ਵਾਯੂਮੰਡਲ ਦਾ, ਤੇ ਦੂਸਰੀ ਹੈ ਜੀ ਨਾਈਟ੍ਰੋਜਨ ਜੋ 78% ਹੈ। ਇਹ ਦੋਨੋਂ ਮਿਲਾ ਕੇ ਜੀ 99% ਵਾਯੂਮੰਡਲ ਦਾ ਹੋ ਜਾਂਦੇ ਹੈ ਜੀ। ਇਸ ਤੋਂ ਇਲਾਵਾ ਜੋ ਬਾਕੀ 1% ਰਹਿ ਜਾਂਦਾ ਹੈ ਜੀ, ਉਸ ਦੇ ਵਿੱਚ ਕਾਰਬਨ ਡਾਈਆਕਸਾਈਡ, ਓਜ਼ੋਨ, ਹਾਈਡਰੋਜਨ, ਹੀਲੀਅਮ ਆਦਿ ਗੈਸਾਂ ਮੌਜੂਦ ਹੁੰਦੀਆਂ, ਜਿਸ ਤਰ੍ਹਾਂ ਤੁਸੀਂ ਇਹ ਡਾਇਗਰਾਮ ਦੇ ਵਿੱਚ ਜੀ ਵਧੀਆ ਢੰਗ ਨਾਲ ਦੇਖ ਸਕਦੇ ਹੋ। ਵਾਯੂਮੰਡਲ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਦੀ ਵਰਤੋਂ ਜੀ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਆਪਣਾ ਭੋਜਨ ਤਿਆਰ ਕਰਨ ਲਈ ਕਰਦੇ ਨੇ। ਜਦੋਂ ਪੌਦੇ ਜੀ ਭੋਜਨ ਤਿਆਰ ਕਰਦੇ ਨੇ ਤੇ ਉਸ ਸਮੇਂ ਉਹ ਆਕਸੀਜਨ ਛੱਡਦੇ ਨੇ, ਜਦੋਂ ਕਿ ਜੋ ਮਨੁੱਖ ਨੇ ਜੀ ਇਹ ਸਾਹ ਲੈਣ ਲਈ ਆਕਸੀਜਨ ਦੀ ਵਰਤੋਂ ਕਰਦੇ ਨੇ ਤੇ ਸਾਹ ਦੇ ਦੁਆਰਾ ਜੀ ਕਾਰਬਨ ਡਾਈਆਕਸਾਈਡ ਨੂੰ ਛੱਡਦੇ ਨੇ। ਇਸ ਤਰ੍ਹਾਂ ਵਾਯੂਮੰਡਲ ਦੇ ਵਿੱਚ ਪੌਦੇ ਅਤੇ ਸਜੀਵ ਜੀ ਜੋ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਹੈ ਜੀ ਇਸ ਦਾ ਸੰਤੁਲਨ ਬਣਾਏ ਰੱਖਦੇ ਨੇ, ਤੇ ਕੋਈ ਵੀ ਜੋ ਗੈਸ ਹੈ ਜੀ ਇਹ ਉਚਿਤ ਮਾਤਰਾ ਤੋਂ ਵਧੇਰੇ ਨਹੀਂ ਵੱਧਦੀ। ਵਾਯੂਮੰਡਲ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਗੈਸ ਜੀ ਸੂਰਜ ਤੋਂ ਆਉਣ ਵਾਲੀ ਗਰਮੀ ਨੂੰ ਸੋਖ ਲੈਂਦੀ ਹੈ, ਜਿਸ ਕਰਕੇ ਜੋ ਧਰਤੀ ਹੈ ਜੀ ਰਾਤ ਨੂੰ ਬਹੁਤ ਵਧੇਰੇ ਠੰਡੀ ਨਹੀਂ ਹੁੰਦੀ ਤੇ ਜੀਵਨ ਦੇ ਲਾਇਕ ਇਹ ਬਣੀ ਰਹਿੰਦੀ ਹੈ। ਇਸੇ ਕਰਕੇ ਹੀ ਜੋ ਕਾਰਬਨ ਡਾਈਆਕਸਾਈਡ ਗੈਸ ਹੈ ਜੀ ਇਸ ਨੂੰ ਗ੍ਰੀਨ ਹਾਊਸ ਗੈਸ ਵੀ ਕਿਹਾ ਜਾਂਦਾ ਹੈ। ਪਰ ਵਰਤਮਾਨ ਸਮੇਂ ਦੇ ਵਿੱਚ ਜੀ ਪ੍ਰਦੂਸ਼ਣ ਦੇ ਕਾਰਨ ਜੋ ਕਾਰਬਨ ਡਾਈਆਕਸਾਈਡ ਹੈ ਇਸ ਦੀ ਮਾਤਰਾ ਵਾਯੂਮੰਡਲ ਦੇ ਵਿੱਚ ਬਹੁਤ ਵੱਧ ਗਈ ਹੈ, ਜਿਸ ਕਰਕੇ ਜੀ ਧਰਤੀ ਦੇ ਉੱਤੇ ਤਾਪ ਵੀ ਵੱਧ ਰਿਹਾ ਹੈ। ਪ੍ਰਦੂਸ਼ਣ ਕਿੰਨਾ ਕਾਰਨਾਂ ਕਰਕੇ ਹੁੰਦਾ ਹੈ ਜੀ ਇਹ ਤੁਹਾਨੂੰ ਸਭ ਨੂੰ ਪਤਾ ਹੈ। ਕਾਰਖਾਨੇ ਬਹੁਤ ਹੋ ਗਏ ਆ ਜੀ, ਆਵਾਜਾਈ ਦੇ ਸਾਧਨ ਵਧੇਰੇ ਹੋ ਗਏ, ਰੁੱਖਾਂ ਦੀ ਕਟਾਈ ਬਹੁਤ ਵਧੇਰੇ ਹੋ ਗਈ ਹੈ। ਇਸ ਕਰਕੇ ਜੋ ਕਾਰਬਨ ਡਾਈਆਕਸਾਈਡ ਦੀ ਮਾਤਰਾ ਹੈ ਇਹ ਉਚਿਤ ਮਾਤਰਾ ਤੋਂ ਜੀ ਵਧੇਰੇ ਹੁਣ ਵਾਯੂਮੰਡਲ ਦੇ ਅੰਦਰ ਹੋ ਰਹੀ ਹੈ, ਜਿਸ ਕਰਕੇ ਧਰਤੀ ਦੇ ਉੱਤੇ ਗਰਮੀ ਬਹੁਤ ਹੋ ਰਹੀ ਹੈ, ਜਿਸ ਨੂੰ ਜੀ ਆਪਾਂ ਗਲੋਬਲ ਵਾਰਮਿੰਗ ਦੇ ਨਾਮ ਤੋਂ ਜਾਣਦੇ ਹਾਂ। ਇਸ ਕਰਕੇ ਜੋ ਪੂਰੀ ਦੁਨੀਆ ਹੈ ਜੀ ਉਸ ਦੇ ਮੌਸਮ ਦੇ ਵਿੱਚ ਫਰਕ ਪੈ ਰਿਹਾ ਹੈ। ਜਿਸ ਤਰ੍ਹਾਂ ਜੋ ਗਲੇਸ਼ੀਅਰ ਹੈ ਜੀ ਉਹ ਪਿਘਲ ਰਹੇ ਹੈ, ਜੋ ਸਮੁੰਦਰ ਹੈ ਜੀ ਉਹਨਾਂ ਦੇ ਪਾਣੀ ਦਾ ਜੀ ਲੈਵਲ ਹੈ ਜੋ ਉੱਪਰ ਹੋ ਰਿਹਾ ਹੈ। ਇਸ ਲਈ ਧਰਤੀ 'ਤੇ ਜਿਉਂਦੇ ਰਹਿਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਜੀ ਕਿ ਧਰਤੀ ਦੇ ਉੱਤੇ ਜੋ ਪ੍ਰਦੂਸ਼ਣ ਹੈ ਇਸ ਨੂੰ ਘੱਟ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਤਾਂ ਕਿ ਜੋ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਹੈ ਜੀ ਇਹ ਉਚਿਤ ਮਾਤਰਾ ਤੋਂ ਵਧੇਰੇ ਨਾ ਹੋਵੇ।
ਵਾਯੂਮੰਡਲ ਦੇ ਘਟਕਾਂ ਬਾਰੇ ਗੱਲ ਕਰਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਵਾਯੂਮੰਡਲ ਦੀ ਸੰਰਚਨਾ ਦੀ। ਇਸ ਦੇ ਵਿੱਚ ਆ ਜਾਂਦੇ ਆ ਜੀ ਵਾਯੂਮੰਡਲ ਦੇ ਵਿੱਚ ਮੌਜੂਦ 5 ਪਰਤਾਂ, ਜਿਨ੍ਹਾਂ ਨੂੰ ਜੀ ਆਪਾਂ 6th ਕਲਾਸ ਦੇ ਅੰਦਰ ਵੀ ਪੜ੍ਹ ਚੁੱਕੇ ਹਾਂ। ਹੁਣ ਆਪਾਂ ਦੁਬਾਰਾ ਤੋਂ ਜੀ ਇਹਨਾਂ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਇਸ ਦੇ ਵਿੱਚ ਦੇਖੋ ਜੀ ਕਿ ਕਿਹੜੀਆਂ ਲੇਅਰਸ ਆਉਂਦੀਆਂ। ਸਭ ਤੋਂ ਪਹਿਲੀ ਹੈ ਜੀ ਸ਼ੋਭ ਮੰਡਲ, ਜਿਸ ਨੂੰ ਬੋਲਿਆ ਜਾਂਦਾ ਹੈ ਟ੍ਰੋਪੋਸਫੇਅਰ। ਦੂਜੀ ਹੈ ਜੀ ਸਮਤਾਪ ਮੰਡਲ, ਜਿਸ ਨੂੰ ਬੋਲਿਆ ਜਾਂਦਾ ਹੈ ਸਟ੍ਰੈਟੋਸਫੇਅਰ। ਤੀਸਰੀ ਹੈ ਜੀ ਮੱਧ ਮੰਡਲ, ਜਿਸ ਨੂੰ ਬੋਲਿਆ ਜਾਂਦਾ ਹੈ ਮੀਜ਼ੋਸਫੇਅਰ। ਚੌਥੀ ਹੈ ਜੀ ਆਇਨ ਮੰਡਲ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਥਰਮੋਸਫੇਅਰ। ਪੰਜਵੀਂ ਹੈ ਜੀ ਬਾਹਰ ਮੰਡਲ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਐਗਜ਼ੋਸਫੇਅਰ। ਹੁਣ ਇੱਕ ਇੱਕ ਕਰਕੇ ਜੀ ਆਪਾਂ ਇਹਨਾਂ ਨੂੰ ਦੁਬਾਰਾ ਤੋਂ ਰਿਵਾਈਜ਼ ਕਰ ਲੈਂਦੇ ਹਾਂ। ਪਹਿਲਾ ਹੈ ਜੀ ਸ਼ੋਭ ਮੰਡਲ ਯਾਨੀ ਕਿ ਟ੍ਰੋਪੋਸਫੇਅਰ। ਇਹ ਜੋ ਫਸਟ ਲੇਅਰ ਆ ਜੀ ਇਹ ਫੈਲੀ ਹੁੰਦੀ ਹੈ ਜੀ 13 ਕਿਲੋਮੀਟਰ ਦੀ ਉਚਾਈ ਤੱਕ। ਇਹ ਵਾਯੂਮੰਡਲ ਦੀ ਪਹਿਲੀ ਪਰਤ ਹੈ ਜੀ, ਤੇ ਜੋ ਮੌਸਮ ਦੇ ਸੰਬੰਧੀ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਉਹ ਸਾਰੀਆਂ ਇਸ ਦੇ ਵਿੱਚ ਹੁੰਦੀਆਂ। ਯਾਨੀ ਕਿ ਜੋ ਮੀਂਹ ਪੈਂਦਾ ਹੈ ਜੀ, ਸਨੋਫਾਲ ਹੁੰਦੀ ਹੈ, ਗੜੇ ਪੈਂਦੇ ਆ, ਇਹ ਸਾਰੀਆਂ ਜੋ ਇਹ ਫਸਟ ਲੇਅਰ ਦੇ ਵਿੱਚ ਯਾਨੀ ਕਿ ਸ਼ੋਭ ਮੰਡਲ ਜਾਂ ਟ੍ਰੋਪੋਸਫੇਅਰ ਦੇ ਵਿੱਚ ਹੀ ਹੁੰਦੇ ਨੇ। ਹੁਣ ਗੱਲ ਕਰਦੇ ਹਾਂ ਜੀ ਦੂਸਰੀ ਲੇਅਰ ਬਾਰੇ, ਜਿਸ ਨੂੰ ਬੋਲਿਆ ਜਾਂਦਾ ਹੈ ਸਮਤਾਪ ਮੰਡਲ ਯਾਨੀ ਕਿ ਸਟ੍ਰੈਟੋਸਫੇਅਰ। ਇਹ ਹੁੰਦੀ ਆ ਜੀ 50 ਕਿਲੋਮੀਟਰ ਦੀ ਉਚਾਈ ਤੱਕ। ਇਸ ਪਰਤ ਦੇ ਵਿੱਚ ਜੀ ਹਵਾਈ ਜਹਾਜ਼ ਉੜਦੇ ਨੇ, ਜਿਸ ਤਰ੍ਹਾਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ। ਕਿਉਂਕਿ ਜੋ ਮੌਸਮ ਸੰਬੰਧੀ ਸਾਰੀਆਂ ਘਟਨਾਵਾਂ ਹੁੰਦੀਆਂ ਜੀ ਉਹ ਪਹਿਲੀ ਲੇਅਰ ਦੇ ਵਿੱਚ ਹੋ ਜਾਂਦੀਆਂ, ਇਸ ਲਈ ਜੋ ਦੂਜੀ ਲੇਅਰ ਹੁੰਦੀ ਹੈ ਜੀ ਇਹ ਸਾਫ਼ ਹੁੰਦੀ ਹੈ। ਇਸ ਕਰਕੇ ਇੱਥੇ ਜੋ ਹਵਾਈ ਜਹਾਜ਼ ਆ, ਜੈਟ ਜਹਾਜ਼ ਆ ਜੀ, ਉਹ ਇਸ ਲੇਅਰ ਦੇ ਵਿੱਚ ਉੜਦੇ ਆ। ਤੇ ਜੋ ਓਜ਼ੋਨ ਗੈਸ ਆ ਜੀ, ਜੋ ਆਪਾਂ ਨੂੰ ਪਰਾਬੈਂਗਨੀ ਕਿਰਨਾਂ ਤੋਂ, ਜੋ ਸੂਰਜ ਤੋਂ ਆਉਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ, ਉਹ ਲੇਅਰ ਵੀ ਜੀ ਆਪਾਂ ਨੂੰ ਇਸੇ ਲੇਅਰ ਦੇ ਵਿੱਚ ਪਾਈ ਜਾਂਦੀ ਹੈ। ਜੋ ਓਜ਼ੋਨ ਗੈਸ ਆ ਜੀ ਉਹ ਵੀ ਆਪਾਂ ਨੂੰ ਸਟ੍ਰੈਟੋਸਫੇਅਰ ਦੇ ਵਿੱਚ ਹੀ ਮੌਜੂਦ ਮਿਲਦੀ ਹੈ। ਇਸ ਤੋਂ ਬਾਅਦ ਹੈ ਜੀ ਤੀਜੀ ਲੇਅਰ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਮੱਧ ਮੰਡਲ ਯਾਨੀ ਕਿ ਮੀਜ਼ੋਸਫੇਅਰ। ਇਹ ਲਗਭਗ ਜੀ 80 ਕਿਲੋਮੀਟਰ ਦੀ ਉਚਾਈ ਤੱਕ ਪਾਈ ਜਾਂਦੀ ਹੈ। ਇਸ ਪਰਤ ਦੇ ਵਿੱਚ ਹੀ ਜੋ ਉਲਕਾ ਹੈ ਜੀ ਉਹ ਜਲ ਜਾਂਦੇ ਨੇ। ਜੋ ਵਾਯੂਮੰਡਲ ਦੇ ਵਿੱਚ ਜੀ ਉਲਕਾ ਐਂਟਰ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਟੁੱਟਦਾ ਹੋਇਆ ਤਾਰਾ ਕਹਿੰਦੇ ਆ ਜੀ, ਉਹ ਉਲਕਾ ਜੀ ਇਸ ਜੇ ਮੱਧ ਮੰਡਲ ਦੇ ਵਿੱਚ ਯਾਨੀ ਕਿ ਮੀਜ਼ੋਸਫੇਅਰ ਦੇ ਵਿੱਚ ਆ ਕੇ ਪ੍ਰੋਪਰ ਤੌਰ ਤੇ ਜਲ ਜਾਂਦੇ ਆ। ਕਈ ਵਾਰੀ ਹੁੰਦਾ ਜੀ ਕਿ ਇਹਨਾਂ ਦਾ ਕੁਝ ਟੁਕੜਾ, ਕੁਝ ਅੰਸ਼ ਜੋ ਧਰਤੀ ਦੇ ਉੱਤੇ ਡਿੱਗਦਾ, ਵਰਨਾ ਹੈ ਜੀ ਇਸ ਲੇਅਰ ਦੇ ਵਿੱਚ ਇਹ ਪੂਰੀ ਤਰ੍ਹਾਂ ਜਲ ਜਾਂਦੇ ਨੇ। ਇਸ ਤੋਂ ਬਾਅਦ ਹੈ ਜੀ ਚੌਥੀ ਲੇਅਰ, ਜਿਸ ਨੂੰ ਬੋਲਿਆ ਜਾਂਦਾ ਜੀ ਆਇਨ ਮੰਡਲ ਯਾਨੀ ਕਿ ਥਰਮੋਸਫੇਅਰ। ਜੋ ਪਹਿਲੀਆਂ ਤਿੰਨ ਲੇਅਰਾਂ ਜੀ ਇਹਨਾਂ ਦੇ ਵਿੱਚ ਜਦੋਂ ਆਪਾਂ ਉੱਪਰ ਵੱਲ ਉੱਠਦੇ ਹਾਂ, ਉੱਪਰ ਵੱਲ ਜਾਂਦੇ ਹਾਂ, ਤਾਂ ਉਸ ਸਮੇਂ ਜੋ ਗਰਮੀ ਹੁੰਦੀ ਹੈ ਜੀ ਉਹ ਘਟਦੀ ਜਾਂਦੀ ਹੈ। ਪਰ ਜੋ ਇਹ ਥਰਮੋਸਫੇਅਰ ਆ ਜੀ, ਜੋ ਚੌਥੀ ਲੇਅਰ ਆ, ਇਸ ਦੇ ਵਿੱਚ ਜਿਵੇਂ ਜਿਵੇਂ ਜੀ ਉੱਪਰ ਵੱਲ ਜਾਇਆ ਜਾਂਦਾ ਹੈ ਉਵੇਂ ਉਵੇਂ ਗਰਮੀ ਵੱਧ ਜਾਂਦੀ ਹੈ। ਜੋ ਰੇਡੀਓ ਸੰਚਾਰ ਦੀਆਂ ਕਿਰਨਾਂ ਹੁੰਦੀਆਂ ਯਾਨੀ ਕਿ ਜੋ ਰੇਡੀਓ ਵੇਵਜ਼ ਹੁੰਦੀਆਂ ਜੀ, ਉਹ ਵੀ ਇਸੇ ਲੇਅਰ ਦੇ ਵਿੱਚ ਹੀ ਪਹਿਲਾਂ ਜੀ ਟਰਾਂਸਮਿਟ ਕੀਤੀਆਂ ਜਾਂਦੀਆਂ, ਤੇ ਉਸ ਤੋਂ ਬਾਅਦ ਜੀ ਉਹ ਵਾਪਸ ਧਰਤੀ 'ਤੇ ਆਉਂਦੀਆਂ ਤੇ ਰੇਡੀਓ ਦਾ ਸੰਚਾਰ ਜੀ ਹੁੰਦਾ ਹੈ। ਇਸ ਤੋਂ ਇਲਾਵਾ ਜੋ ਅਰੋਰਾ ਹੈ ਜੀ, ਇਹ ਵੀ ਇਸੇ ਲੇਅਰ ਦੇ ਵਿੱਚ ਪਾਇਆ ਜਾਂਦਾ ਹੈ। ਅਰੋਰਾ ਕੀ ਹੈ ਜੀ, ਇਸ ਦੇ ਬਾਰੇ ਆਪਾਂ 6th ਕਲਾਸ ਦੇ ਵਿੱਚ ਕਾਫੀ ਡਿਟੇਲ ਨਾਲ ਗੱਲ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਜੀ ਤੁਹਾਨੂੰ ਉੱਪਰ ਆਈ ਬਟਨ ਦੇ ਵਿੱਚ ਮਿਲ ਜਾਏਗਾ। ਗੱਲ ਕਰਦੇ ਹਾਂ ਜੀ ਵਾਯੂਮੰਡਲ ਦੀ ਪੰਜਵੀਂ ਪਰਤ ਬਾਰੇ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਬਾਹਰ ਮੰਡਲ, ਜਾਂ ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਐਗਜ਼ੋਸਫੇਅਰ। ਇਸ ਦੀ ਜੇਕਰ ਉਚਾਈ ਦੀ ਗੱਲ ਕਰੀਏ ਤਾਂ ਜੀ ਇਹ 400 ਕਿਲੋਮੀਟਰ ਦੀ ਵੱਧ ਤੋਂ ਉਚਾਈ 'ਤੇ ਇਹ ਮੌਜੂਦ ਹੁੰਦੀ ਹੈ। ਇਸ ਦੇ ਵਿੱਚ ਜੀ ਹਲਕੀਆਂ ਗੈਸਾਂ ਪਾਈਆਂ ਜਾਂਦੀਆਂ, ਜਿਵੇਂ ਕਿ ਹਾਈਡਰੋਜਨ ਤੇ ਹੀਲੀਅਮ। ਜੋ ਐਗਜ਼ੋਸਫੇਅਰ ਹੈ ਜੀ, ਇਹ ਆਪਣੇ ਐਟਮੋਸਫੇਅਰ ਦੀ ਸਭ ਤੋਂ ਪਤਲੀ ਲੇਅਰ ਹੁੰਦੀ ਹੈ, ਤੇ ਇਸ ਤੋਂ ਬਾਅਦ ਜੀ ਬ੍ਰਹਿਮੰਡ ਸ਼ੁਰੂ ਹੋ ਜਾਂਦਾ ਹੈ। ਵਾਯੂਮੰਡਲ ਦੀਆਂ ਪਰਤਾਂ ਵਾਲਾ ਟੌਪਿਕ ਹੈ ਜੀ। ਇਸ ਦੇ ਵਿੱਚੋਂ ਸੀਟੈਟ ਪੀਟੈਟ 'ਚ ਜੀ ਹਰ ਵਾਰ 1-2 ਪ੍ਰਸ਼ਨ ਜੀ ਜ਼ਰੂਰ ਆ ਜਾਂਦੇ ਆ। ਇਸ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਜੀ। ਇਸ ਦੇ ਵਿੱਚੋਂ ਪ੍ਰਸ਼ਨ ਬਹੁਤ ਵਾਰ ਆਏ ਆ। ਜ਼ਿਆਦਾਤਰ ਇਸ ਦੇ ਵਿੱਚੋਂ ਪੁੱਛਿਆ ਜਾਂਦਾ ਹੈ ਜੀ ਕਿ ਜੋ ਮੌਸਮ ਸੰਬੰਧੀ ਘਟਨਾਵਾਂ ਇਹ ਕਿੱਥੇ ਹੁੰਦੀਆਂ ਨੇ, ਹਵਾਈ ਜਹਾਜ਼ ਕਿਸ ਦੇ ਵਿੱਚ ਉੱਡਦੇ ਨੇ, ਜਾਂ ਪੁੱਛਿਆ ਜਾਂਦਾ ਹੈ ਜੀ ਕਿ ਜੋ ਉਲਕਾ ਹੈ ਉਹ ਕਿੱਥੇ ਜਲਦੇ ਨੇ। ਇਸ ਦੇ ਬਾਰੇ ਜੀ ਤੁਸੀਂ ਡਿਟੇਲ ਨਾਲ ਪੜ੍ਹ ਲੈਣਾ। ਤੇ ਇਹਨਾਂ ਦੇ ਜੋ ਨਾਮ ਆ ਜੀ, ਇਹਨਾਂ ਦੇ ਤੁਸੀਂ ਇੰਗਲਿਸ਼ ਦੇ ਵਿੱਚ ਜ਼ਰੂਰ ਯਾਦ ਰੱਖੋ ਇਹਨਾਂ ਨੂੰ, ਚਾਹੇ ਪੰਜਾਬੀ ਦੇ ਵਿੱਚ ਤੁਸੀਂ ਨਾ ਯਾਦ ਰੱਖੋ। ਵਾਯੂਮੰਡਲ ਦੀਆਂ ਪਰਤਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਮੌਸਮ ਯਾਨੀ ਕਿ ਵੈਦਰ, ਜਲਵਾਯੂ ਯਾਨੀ ਕਿ ਕਲਾਈਮੇਟ, ਤੇ ਤਾਪਮਾਨ ਯਾਨੀ ਕਿ ਟੈਂਪਰੇਚਰ, ਇਹ ਕੀ ਨੇ, ਇਹਨਾਂ ਦੇ ਵਿੱਚ ਬੇਸਿਕਲੀ ਡਿਫਰੈਂਸ ਕੀ ਪਾਇਆ ਜਾਂਦਾ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮੌਸਮ ਕੀ ਹੁੰਦਾ ਹੈ ਯਾਨੀ ਕਿ ਵੈਦਰ ਕੀ ਹੁੰਦਾ ਹੈ। ਕਿਸੇ ਸਥਾਨ 'ਤੇ ਜੀ ਹਰ ਘੰਟੇ ਜਾਂ ਇੱਕ ਦਿਨ ਦੀ ਜੋ ਸਥਿਤੀ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਮੌਸਮ। ਜਿਸ ਤਰ੍ਹਾਂ ਆਪਾਂ ਵੈਦਰ ਰਿਪੋਰਟ ਦੇਖਦੇ ਹਾਂ ਜੀ, ਇਹ ਘੰਟਿਆਂ ਦੇ ਹਿਸਾਬ ਨਾਲ ਵੀ ਹੋ ਸਕਦੀ ਹੈ ਜੀ, ਤੇ ਕਿਸੇ ਦਿਨ ਦੀ ਵੀ ਹੋ ਸਕਦੀ ਹੈ। ਵੈਦਰ ਨੂੰ ਜੀ ਇੱਕ ਉਦਾਹਰਨ ਦੇ ਰਾਹੀਂ ਆਪਾਂ ਸਮਝ ਸਕਦੇ ਹਾਂ, ਜਿਵੇਂ ਕਿ ਜੇ ਹੁਣ ਜੂਨ ਮੰਥ ਚੱਲ ਰਿਹਾ ਯਾਨੀ ਕਿ ਜੋ ਸਮਰ ਸੀਜ਼ਨ ਹੈ ਜੀ ਇਹ ਚੱਲਿਆ ਹੈ। ਇਸ ਦੇ ਵਿੱਚ ਜੀ ਜੇਕਰ ਕਿਸੇ ਦਿਨ ਬਾਰਿਸ਼ ਹੋ ਜਾਂਦੀ ਹੈ ਤਾਂ ਉਸ ਦਿਨ ਜੋ ਮੌਸਮ ਹੁੰਦਾ ਹੈ ਜੀ ਉਹ ਥੋੜ੍ਹਾ ਠੰਡਾ ਹੋ ਜਾਂਦਾ ਹੈ, ਯਾਨੀ ਕਿ ਉਸ ਦਿਨ ਦਾ ਜੋ ਵੈਦਰ ਹੁੰਦਾ ਹੈ ਜੀ ਉਹ ਬਾਕੀ ਦਿਨਾਂ ਦੇ ਕੰਪੈਰੀਟਿਵਲੀ ਜੀ ਉਸ ਦਿਨ ਠੰਡਾ ਹੋ ਜਾਂਦਾ ਹੈ। ਇਸ ਤਰ੍ਹਾਂ ਜੋ ਮੌਸਮ ਹੁੰਦਾ ਹੈ ਜੀ ਇਹ ਹਰ ਦਿਨ ਅਤੇ ਹਰ ਘੰਟੇ ਦਾ ਜੀ ਇਹ ਵੱਖ-ਵੱਖ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਲਵਾਯੂ ਦੀ ਯਾਨੀ ਕਿ ਕਲਾਈਮੇਟ ਦੀ। ਕਿਸੇ ਸਥਾਨ ਦੇ ਜੀ ਲੰਮੇ ਸਮੇਂ ਤੱਕ ਜੋ ਮੌਸਮ ਹੁੰਦਾ ਹੈ ਉਸ ਦੀ ਔਸਤ ਨੂੰ ਜੀ ਜਲਵਾਯੂ ਕਿਹਾ ਜਾਂਦਾ ਹੈ। ਲੰਮੇ ਸਮੇਂ 'ਚ ਇੱਥੇ ਆਪਾਂ ਮੰਨ ਸਕਦੇ ਹਾਂ ਜੀ 10 ਸਾਲ ਜਾਂ 5 ਸਾਲ। ਕਿਸੇ ਸਥਾਨ ਦੇ ਕਿਸੇ ਦੇਸ਼ ਦੇ ਜੀ ਜੇਕਰ ਮੌਸਮ ਨੂੰ ਉਸ ਦੀ ਇੱਕ ਔਸਤ ਕੱਢੀ ਜਾਂਦੀ ਹੈ ਜੀ 10 ਸਾਲ ਜਾਂ 5 ਸਾਲ ਦੀ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਜਲਵਾਯੂ ਯਾਨੀ ਕਿ ਕਲਾਈਮੇਟ ਬੋਲਿਆ ਜਾਂਦਾ। ਜਿਵੇਂ ਕਿ ਜੋ ਭਾਰਤ ਦੀ ਜਲਵਾਯੂ ਦੀ ਗੱਲ ਕਰੀਏ ਤਾਂ ਮੌਨਸੂਨੀ ਜਲਵਾਯੂ ਹੈ। ਜੇਕਰ ਆਪਾਂ ਗੱਲ ਕਰੀਏ ਜੀ ਜਿਵੇਂ ਕਿ ਇਹ ਪੰਜਾਬ ਦੀ ਜਲਵਾਯੂ ਕਿਵੇਂ ਹੈ, ਆਪਾਂ ਨੂੰ ਪਤਾ ਹੈ ਜੀ ਕਿ ਪੰਜਾਬ 'ਚ ਠੰਡ ਵੀ ਪੈਂਦੀ ਹੈ ਅਤੇ ਗਰਮੀ ਵੀ ਹੁੰਦੀ ਹੈ। ਪਰ ਜੇਕਰ ਆਪਾਂ ਗੱਲ ਕਰੀਏ ਜੀ ਕਿ ਇੱਥੇ ਬਹੁਤ ਜ਼ਿਆਦਾ ਨਾ ਸਰਦੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਜੋ ਗਰਮੀ ਹੁੰਦੀ ਹੈ, ਇੱਥੇ ਜੋ ਮੀਡੀਅਮ ਜਿਹਾ ਕੰਮ ਰਹਿੰਦਾ ਹੈ। ਇਸ ਤਰ੍ਹਾਂ ਜੋ ਇਸ ਦੀ ਜਲਵਾਯੂ ਹੈ ਜੀ ਉਹ ਔਸਤਨ ਜੀ ਰਹਿੰਦੀ ਹੈ। ਉਹ ਜ਼ਿਆਦਾ ਠੰਡੀ ਜਾਂ ਜ਼ਿਆਦਾ ਉਸਨੂੰ ਆਪਾਂ ਗਰਮ ਦੇ ਵਿੱਚ ਨਹੀਂ ਮੰਨ ਸਕਦੇ, ਉਸ ਨੂੰ ਵੀ ਆਪਾਂ ਜੀ ਇੱਕ ਮੌਨਸੂਨੀ ਜਲਵਾਯੂ ਹੀ ਕਹਿ ਸਕਦੇ ਹਾਂ।
ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਤਾਪਮਾਨ ਕੀ ਹੁੰਦਾ ਹੈ, ਯਾਨੀ ਕਿ ਟੈਂਪਰੇਚਰ ਕੀ ਹੁੰਦਾ ਹੈ। ਟੈਂਪਰੇਚਰ ਆਪਾਂ ਜੀ ਹਰ ਦਿਨ ਦੇਖਦੇ ਹਾਂ ਕਿ ਇੰਨੇ ਡਿਗਰੀ ਅੱਜ ਟੈਂਪਰੇਚਰ ਹੋ ਗਿਆ, ਅੱਜ 40 ਡਿਗਰੀ ਹੋ ਗਿਆ, ਅੱਜ 41 ਡਿਗਰੀ ਹੋ ਗਿਆ, ਜਿਸ ਤਰ੍ਹਾਂ ਗਰਮੀ ਚੱਲ ਰਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਟੈਂਪਰੇਚਰ ਬੇਸਿਕਲੀ ਹੁੰਦਾ ਕੀ ਹੈ। ਹਵਾ ਦੇ ਵਿੱਚ ਮੌਜੂਦ ਜਾਂ ਗਰਮੀ ਜਾਂ ਸਰਦੀ ਦਾ ਜੋ ਪ੍ਰਮਾਣ ਹੁੰਦਾ ਹੈ ਜੀ, ਕਿੰਨੇ ਡਿਗਰੀ ਗਰਮੀ ਹੈ ਜਾਂ ਕਿੰਨੇ ਡਿਗਰੀ ਸਰਦੀ ਹੈ, ਇਸ ਨੂੰ ਹੀ ਬੋਲਿਆ ਜਾਂਦਾ ਹੈ ਜੀ ਟੈਂਪਰੇਚਰ। ਟੈਂਪਰੇਚਰ ਨੂੰ ਜੀ ਆਪਾਂ ਡਿਗਰੀ ਦੇ ਵਿੱਚ, ਡਿਗਰੀ ਸੈਲਸੀਅਸ ਦੇ ਵਿੱਚ ਜਾਂ ਡਿਗਰੀ ਫਾਰਨਹਾਈਟ ਦੇ ਵਿੱਚ ਸ਼ੋਅ ਕਰ ਸਕਦੇ ਹਾਂ। ਜਿਸ ਤਰ੍ਹਾਂ ਜੀ ਇੱਥੇ ਆਪਾਂ ਲਿਖਿਆ ਹੋਇਆ ਕਿ ਕਿਸੇ ਦਿਨ ਦਾ ਜੋ ਟੈਂਪਰੇਚਰ ਆ ਜੀ ਉਹ 40 ਡਿਗਰੀ ਸੈਲਸੀਅਸ ਹੋ ਸਕਦਾ ਹੈ। ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਜੀ ਚਲਦੇ ਵੀਡੀਓ ਨੂੰ ਲਾਈਕ ਵੀ ਕਰ ਦਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇੱਦਾਂ ਦੀਆਂ ਹੋਰ ਵੀਡੀਓਜ਼ ਵੀ ਮਿਲਦੀਆਂ ਰਹਿਣ। ਮੌਸਮ, ਜਲਵਾਯੂ ਅਤੇ ਤਾਪਮਾਨ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਵਾਯੂ ਦਾਬ ਅਤੇ ਵਾਯੂ ਦਾਬ ਪੇਟੀਆਂ ਕੀ ਹੁੰਦੇ ਨੇ, ਯਾਨੀ ਕਿ 에ਅਰ ਪ੍ਰੈਸ਼ਰ ਅਤੇ 에ਅਰ ਪ੍ਰੈਸ਼ਰ ਬੈਲਟਸ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ 에ਅਰ ਪ੍ਰੈਸ਼ਰ ਦੀ, ਯਾਨੀ ਕਿ ਵਾਯੂ ਦਾਬ ਦੀ। ਧਰਤੀ ਦੀ ਸਤ੍ਹਾ ਤੇ ਜੀ ਵਾਯੂ ਦੁਆਰਾ ਲਗਾਇਆ ਜਾਂਦਾ ਜੋ ਬਲ ਹੈ, ਇਸੇ ਨੂੰ ਵਾਯੂ ਦਾਬ ਕਿਹਾ ਜਾਂਦਾ ਹੈ। ਆਪਣੀ ਬਾਡੀ ਦੇ ਉੱਤੇ ਜੀ ਹਰ ਸਮੇਂ ਇਹ ਵਾਯੂ ਦਾਬ ਲੱਗ ਰਿਹਾ ਹੁੰਦਾ ਹੈ, ਪਰ ਆਪਾਂ ਇਸ ਨੂੰ ਇਸ ਲਈ ਫੀਲ ਨਹੀਂ ਕਰ ਸਕਦੇ ਕਿਉਂਕਿ ਜੋ ਵਾਯੂ ਦਾਬ ਆ ਜੀ ਇਹ ਆਪਣੇ ਸਰੀਰ ਦੇ ਉੱਤੇ ਹਰ ਪਾਸੇ ਤੋਂ ਲੱਗ ਰਿਹਾ ਹੁੰਦਾ ਹੈ। ਇਸ ਕਰਕੇ ਆਪਾਂ ਨੂੰ ਫੀਲ ਨਹੀਂ ਹੁੰਦਾ ਕਿ ਜੋ ਵਾਯੂ ਹੈ ਜੀ ਉਹ ਆਪਣੇ ਕਿਸੇ ਇੱਕ ਬਾਡੀ ਪਾਰਟ ਤੇ ਦਬਾਅ ਲਗਾ ਰਹੀ ਹੈ ਜਾਂ ਆਪਾਂ ਨੂੰ ਇੱਕ ਸਾਈਡ ਨੂੰ ਜੀ ਇਹ ਧੱਕ ਰਹੀ ਹੈ। ਇਸ ਤਰ੍ਹਾਂ ਆਪਾਂ ਨੂੰ ਇਹ ਫੀਲ ਨਹੀਂ ਹੁੰਦਾ। ਜੋ ਵਾਯੂ ਦਾਬ ਆ ਜੀ ਇਹ ਕਿਸ ਜਗ੍ਹਾ ਤੇ ਕਿਵੇਂ ਹੋਏਗਾ, ਇਹ ਜ਼ਿਆਦਾ ਹੋਏਗਾ ਜਾਂ ਘੱਟ ਹੋਏਗਾ, ਇਹ ਉਸ ਸਥਾਨ ਦੀ ਜੀ ਲੋਕੇਸ਼ਨ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿੱਥੇ ਸਥਿਤ ਹੈ। ਇਸ ਤੋਂ ਇਲਾਵਾ ਜੀ ਉਸ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ਅਤੇ ਉੱਥੋਂ ਦੀ ਜਲਵਾਯੂ ਕਿੰਨੀ ਹੈ। ਇਹ ਸਭ ਜੋ ਇਹ ਦੀ ਕਾਰਕ ਹੈ ਇਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਕਿਸੇ ਸਥਾਨ ਦਾ ਜੋ ਵਾਯੂ ਦਾਬ ਆ, ਜੋ 에ਅਰ ਪ੍ਰੈਸ਼ਰ ਆ, ਉਹ ਵਧੇਰੇ ਹੋਏਗਾ ਜਾਂ ਘੱਟ ਹੋਏਗਾ। ਜੋ ਹਵਾ ਹੈ ਜੀ ਇਸ ਦੇ ਬਾਰੇ ਇੱਕ ਇੰਪੋਰਟੈਂਟ ਗੱਲ ਹੈ ਜੋ ਤੁਸੀਂ ਯਾਦ ਰੱਖਣੀ ਹੈ ਕਿ ਜੋ ਵਾਯੂ ਹੈ ਜੀ ਇਹ ਹਮੇਸ਼ਾ ਵੱਧ ਵਾਯੂ ਦਾਬ ਤੋਂ ਘੱਟ ਵਾਯੂ ਦਾਬ ਵੱਲ ਗਤੀ ਕਰੇਗੀ। ਜੋ ਵਾਯੂ ਦਾਬ ਵੱਧ ਤੋਂ ਘੱਟ ਵੱਲ ਗਤੀ ਕਰਦੀ ਹੈ ਜੀ, ਇਸ ਨੂੰ ਤੁਸੀਂ ਇੱਕ ਉਦਾਹਰਨ ਨਾਲ ਹੀ ਸਮਝ ਸਕਦੇ ਹੋ। ਜਿਸ ਤਰ੍ਹਾਂ ਜੀ ਫੁੱਟਬਾਲ ਦੇ ਵਿੱਚ ਹਵਾ ਭਰੀ ਜਾਂਦੀ ਹੈ ਤਾਂ ਜਿਵੇਂ ਉਹ ਪੰਚਰ ਹੁੰਦੀ ਹੈ ਜੀ, ਹਵਾ ਇੱਕਦਮ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਹਵਾ ਭਰੀ ਜਾਂਦੀ ਹੈ ਜੀ ਉਹ ਬਹੁਤ ਦਬਾਅ ਦੇ ਨਾਲ ਭਰੀ ਜਾਂਦੀ ਹੈ, ਜ਼ਿਆਦਾ ਵਾਯੂ ਦਾਬ ਦੇ ਨਾਲ ਭਰੀ ਜਾ ਸਕਦੀ ਹੈ। ਇਸ ਨੂੰ ਜੀ ਤੁਸੀਂ ਇੱਕ ਹੋਰ ਉਦਾਹਰਨ ਰਾਹੀਂ ਵੀ ਸਮਝ ਸਕਦੇ ਹੋ, ਜਿਵੇਂ ਕਿ ਜੀ ਜੋ ਵਹੀਕਲ ਆ ਉਹਨਾਂ ਦੇ ਟਾਇਰਸ ਦੇ ਵਿੱਚ ਹਵਾ ਭਰੀ ਜਾਂਦੀ ਹੈ, ਟਾਇਰ ਦੀ ਟਿਊਬ ਦੇ ਵਿੱਚ ਹਵਾ ਭਰੀ ਜਾਂਦੀ ਹੈ, ਉਹ ਵੀ ਜਦੋਂ ਪੰਚਰ ਹੁੰਦੇ ਆ ਜੀ ਤਾਂ ਹਵਾ ਇੱਕਦਮ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਉਹ ਵੀ ਬਹੁਤ ਪ੍ਰੈਸ਼ਰ ਦੇ ਨਾਲ ਉੱਥੇ ਭਰੀ ਹੁੰਦੀ ਹੈ। 에ਅਰ ਪ੍ਰੈਸ਼ਰ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ 에ਅਰ ਪ੍ਰੈਸ਼ਰ ਬੈਲਟਸ ਬਾਰੇ। ਧਰਤੀ ਦੇ ਉੱਤੇ ਜੀ ਮੌਜੂਦ ਜੋ 에ਅਰ ਬੈਲਟਸ ਨੇ ਇਹ 3 ਟਾਈਪ ਦੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਇਹ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ। ਸਭ ਤੋਂ ਪਹਿਲੀ ਹੈ ਜੀ ਭੂ ਮੱਧ ਰੇਖਾ ਦੇ ਉੱਤੇ ਜੋ 에ਅਰ ਬੈਲਟ ਹੈ, ਇਸ ਦਾ ਨਾਮ ਹੈ ਜੀ ਭੂ ਮੱਧ ਰੇਖੀ ਨਿਮਨ ਦਬਾਅ ਬੈਲਟ। ਆਪਾਂ ਨੂੰ ਪਤਾ ਹੈ ਕਿ ਜਿੱਥੇ ਜੀ ਸੂਰਜ ਦੀ ਗਰਮੀ ਵਧੇਰੇ ਹੁੰਦੀ ਹੈ ਉੱਥੇ ਹਵਾ ਗਰਮ ਹੁੰਦੀ ਹੈ ਤੇ ਗਰਮ ਹਵਾ ਹਮੇਸ਼ਾ ਜੀ ਘੱਟ ਵਾਯੂ ਦਾਬ ਵਾਲੀ ਹੁੰਦੀ ਹੈ। ਇਸ ਨੂੰ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਹੈ ਜੀ ਇਕੁਆਟੋਰੀਅਲ ਲੋ ਪ੍ਰੈਸ਼ਰ ਬੈਲਟ। ਇਹ ਹੁੰਦੀ ਹੈ ਜੀ ਮੌਜੂਦ ਭੂ ਮੱਧ ਰੇਖਾ ਦੇ 5 ਡਿਗਰੀ ਉੱਤਰ ਤੇ 5 ਡਿਗਰੀ ਦੱਖਣ ਦੇ ਵਿੱਚ। ਇੱਥੇ ਜੋ ਹਵਾ ਦਾ ਦਬਾਅ ਹੁੰਦਾ ਹੈ ਜੀ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਦੂਜੀ 에ਅਰ ਪ੍ਰੈਸ਼ਰ ਬੈਲਟ ਦੀ। ਇਹ ਹੈ ਜੀ ਉਪ ਉਸ਼ਣੋਚ ਦਾਬ ਪੇਟੀ, ਯਾਨੀ ਕਿ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਬੈਲਟ। ਇਹ ਮੌਜੂਦ ਹੁੰਦੀ ਹੈ ਜੀ ਉੱਤਰੀ ਤੇ ਦੱਖਣੀ ਗੋਲਾਰਧ ਦੇ ਦੋਨਾਂ ਦੇ ਵਿੱਚ। ਇਹ ਹੁੰਦੀ ਹੈ ਜੀ 30 ਤੋਂ 35 ਡਿਗਰੀ ਅਕਸ਼ਾਂਸ਼ 'ਤੇ। ਜੋ ਇਹ ਬੈਲਟ ਹੁੰਦੀ ਹੈ ਜੀ ਇੱਥੇ ਹਵਾ ਦਾ ਜੋ ਦਬਾਅ ਹੁੰਦਾ ਜੀ ਉਹ ਬਹੁਤ ਵਧੇਰੇ ਹੁੰਦਾ ਹੈ। ਜਿਸ ਤਰ੍ਹਾਂ ਜੀ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਇਹ ਜੋ ਹੈ ਲਾਈਟ ਲਵੈਂਡਰ ਕਲਰ ਦੇ ਵਿੱਚ ਜੀ ਇਹ ਸ਼ੋਅ ਕੀਤੀ ਗਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੀਸਰੀ 에ਅਰ ਪ੍ਰੈਸ਼ਰ ਬੈਲਟ ਬਾਰੇ, ਜਿਸ ਨੂੰ ਬੋਲਿਆ ਜਾਂਦਾ ਹੈ ਜੀ ਉਪ ਧਰੁਵੀ ਓਸ਼ਨ ਨਿਮਨ ਦਾਬ ਪੇਟੀ, ਯਾਨੀ ਕਿ ਸਬ ਪੋਲਰ ਜੀ ਲੋ ਪ੍ਰੈਸ਼ਰ ਬੈਲਟ। ਇਹ ਮੌਜੂਦ ਹੁੰਦੀ ਹੈ ਜੀ 60 ਤੋਂ 65 ਡਿਗਰੀ ਅਕਸ਼ਾਂਸ਼ 'ਤੇ ਜੀ ਉੱਤਰੀ ਅਤੇ ਦੱਖਣੀ ਗੋਲਾਰਧ ਦੇ ਵਿੱਚ। ਜੋ ਇਹ ਬੈਲਟ ਹੁੰਦੀ ਹੈ ਜੀ ਇੱਥੇ ਜੋ ਹਵਾ ਦਾ ਦਾਬ ਹੁੰਦਾ ਹੈ ਜੀ ਇਹ ਨਿਮਨ ਹੁੰਦਾ ਹੈ। ਪ੍ਰੈਸ਼ਰ ਬੈਲਟਸ ਦੇ ਬਾਰੇ ਜੀ ਆਪਾਂ ਹਾਇਰ ਕਲਾਸਿਸ ਦੇ ਵਿੱਚ ਕਾਫੀ ਡਿਟੇਲ ਨਾਲ ਪੜਾਂਗੇ। ਅੱਜ ਦੀ ਵੀਡੀਓ ਦੇ ਵਿੱਚ ਜੀ ਕੇਵਲ ਇਹਨਾਂ ਦਾ ਇੱਕ ਇਹ ਇੰਟਰੋ ਮਾਤਰ ਹੀ ਸੀ। ਹੁਣ ਇੱਥੇ ਜੀ ਤੁਸੀਂ ਡਾਇਗਰਾਮ ਦੇ ਵਿੱਚ ਦੇਖੋ ਕਿ ਇਸ ਦੇ ਵਿੱਚ ਵੀ ਸ਼ੋਅ ਕੀਤਾ ਗਿਆ ਹੈ ਜੀ ਕਿ ਜੋ ਹਾਈ ਪ੍ਰੈਸ਼ਰ ਬੈਲਟ ਆ ਜੀ ਉਹਨਾਂ ਦੇ ਵਿੱਚੋਂ ਜੋ ਹਵਾ ਹੈ ਜੀ ਉਹ ਲੋ ਪ੍ਰੈਸ਼ਰ ਸਾਈਡ ਵੱਲ ਆ ਰਹੀ ਹੈ। ਇਸ ਤਰ੍ਹਾਂ ਜੀ ਆਪਾਂ ਨੂੰ ਪਤਾ ਲੱਗਦਾ ਹੈ ਜੇ ਉਹ ਹਵਾ ਹੈ ਇਹ ਹਮੇਸ਼ਾ ਜੀ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਹੀ ਗਤੀ ਕਰਦੀ ਹੈ। ਹੁਣ ਆਪਾਂ ਜਾਣਦੇ ਹਾਂ ਜੀ ਪਵਨ ਕੀ ਹੁੰਦੇ ਆ, ਯਾਨੀ ਕਿ ਵਿੰਡ ਕਿਸ ਨੂੰ ਕਿਹਾ ਜਾਂਦਾ ਹੈ ਤੇ ਵਿੰਡ ਦੇ ਟਾਈਪ ਕਿਹੜੇ ਹੁੰਦੇ ਨੇ। ਗਤੀ ਕਰ ਰਹੀ ਹਵਾ ਨੂੰ ਜੀ ਪਵਨ ਕਿਹਾ ਜਾਂਦਾ ਹੈ। ਜੋ ਹਵਾ ਜੀ ਗਤੀ ਕਰ ਰਹੀ ਹੁੰਦੀ ਹੈ, ਕਿਸੇ ਤਰਫ ਚੱਲ ਰਹੀ ਹੁੰਦੀ ਹੈ ਜੀ ਉਸ ਨੂੰ ਕਿਹਾ ਜਾਂਦਾ ਹੈ ਪਵਨ। ਜਿਸ ਤਰ੍ਹਾਂ ਜੀ ਆਪਾਂ ਜਾਣਦੇ ਹਾਂ ਕਿ ਜੋ ਵਾਯੂ ਹੈ ਹਮੇਸ਼ਾ ਵੱਧ ਵਾਯੂ ਦਾਬ ਤੋਂ ਘੱਟ ਵਾਯੂ ਦਾਬ ਵੱਲ ਗਤੀ ਕਰਦੀ ਹੈ ਤਾਂ ਇਸ ਨੂੰ ਕੀ ਕਿਹਾ ਜਾਏਗਾ ਜੀ, ਇਸ ਨੂੰ ਬੋਲਿਆ ਜਾਏਗਾ ਪਵਨ, ਯਾਨੀ ਕਿ ਵਿੰਡ। ਹੁਣ ਆਪਾਂ ਜਾਣਦੇ ਹਾਂ ਜੀ ਕਿ ਵਿੰਡ ਦੇ ਟਾਈਪਸ ਕਿਹੜੇ ਨੇ। ਇਹ 3 ਟਾਈਪ ਦੇ ਹੁੰਦੇ ਨੇ। ਪਹਿਲਾ ਹੈ ਜੀ ਸਥਾਈ ਪਵਨ, ਜਾਂ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਜੀ ਪਰਮਾਨੈਂਟ ਵਿੰਡ। ਇਹ ਉਹ ਪਵਨ ਹੁੰਦੀ ਹੈ ਜੋ ਸਾਰਾ ਸਾਲ ਇੱਕ ਨਿਸ਼ਚਿਤ ਦਿਸ਼ਾ ਦੇ ਵਿੱਚ ਚੱਲਦੀ ਰਹਿੰਦੀ ਹੈ, ਜਿਵੇਂ ਕਿ ਜੀ ਪੱਛਮੀ ਤੇ ਪੂਰਬੀ ਵਪਾਰਕ ਪੌਣਾ। ਜੋ ਸਥਾਈ ਪੌਣਾ ਜੀ ਸਾਨੂੰ ਆਪਾਂ ਟ੍ਰੇਡ ਵਿੰਡ ਵੀ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਰਾਹੀਂ ਵਪਾਰ ਹੁੰਦਾ ਹੈ। ਇਹ ਇੱਕ ਨਿਸ਼ਚਿਤ ਦਿਸ਼ਾ ਦੇ ਵਿੱਚ ਗਤੀ ਕਰਦੀਆਂ ਰਹਿੰਦੀਆਂ ਨੇ। ਇਸ ਤੋਂ ਬਾਅਦ ਹੈ ਜੀ ਮੌਸਮੀ ਪਵਨ ਜਾਂ ਮੌਸਮੀ ਪੌਣਾ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਸੀਜ਼ਨਲ ਵਿੰਡਸ। ਇਹ ਉਹ ਪੌਣਾ ਹੁੰਦੀਆਂ ਜੀ ਜੋ ਇੱਕ ਖਾਸ ਮੌਸਮ ਦੇ ਵਿੱਚ ਹੀ ਚੱਲਦੀਆਂ ਨੇ, ਜਿਵੇਂ ਕਿ ਜੀ ਭਾਰਤ ਦੇ ਵਿੱਚ ਮੌਨਸੂਨ ਪੌਣਾ ਆਉਂਦੀਆਂ ਨੇ।
ਇੱਕ ਖਾਸ ਮੰਥ ਦੇ ਵਿੱਚ ਹੀ ਆਉਂਦੀਆਂ ਨੇ, ਖਾਸ ਮਹੀਨਿਆਂ ਦੇ ਵਿੱਚ ਹੀ ਚੱਲਦੀਆਂ ਨੇ, ਇਹ ਹਰ ਸਮੇਂ ਨਹੀਂ ਚੱਲਦੀਆਂ ਰਹਿੰਦੀਆਂ। ਤੇ ਜੋ ਤੀਸਰੀਆਂ ਪੌਣਾਂ ਨੇ ਇਹ ਹੁੰਦੀਆਂ ਜੀ ਸਥਾਨਕ ਪੌਣਾਂ, ਜਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜੀ ਲੋਕਲ ਵਿੰਡਸ। ਲੋਕਲ ਵਿੰਡਸ ਉਹਨਾਂ ਵਿੰਡਸ ਨੂੰ ਕਿਹਾ ਜਾਂਦਾ ਹੈ ਜੀ ਜੋ ਕਿਸੇ ਛੋਟੇ ਖੇਤਰ ਦੇ ਵਿੱਚ ਸਾਲ ਦੇ ਇੱਕ ਮਹੀਨੇ ਵਿੱਚ ਜਾਂ ਕਿਸੇ ਖਾਸ ਦਿਨ 'ਤੇ ਜੀ ਚੱਲਦੀਆਂ ਨੇ। ਜਿਵੇਂ ਕਿ ਗਰਮੀਆਂ ਦੇ ਰੁੱਤਾਂ ਵਿੱਚ ਜੀ ਜੋ ਉੱਤਰੀ ਭਾਰਤ ਹੈ ਇਸ ਦੇ ਵਿੱਚ ਗਰਮ ਪਵਨ ਚੱਲਦੀ ਹੈ ਜੀ, ਜਿਸ ਨੂੰ ਆਪਾਂ ਲੂ ਕਹਿੰਦੇ ਹਾਂ। ਜੋ ਲੂ ਵਗਦੀ ਹੈ ਜੀ ਇਹ ਇੱਕ ਸਥਾਨਕ ਪਵਨ ਹੁੰਦੀ ਹੈ, ਜਾਂ ਇਸ ਨੂੰ ਆਪਾਂ ਇੱਕ ਲੋਕਲ ਵਿੰਡ ਕਹਿ ਸਕਦੇ ਹਾਂ। ਵਿੰਡ ਅਤੇ ਵਿੰਡ ਟਾਈਪਸ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਨਮੀ ਕਿਸ ਨੂੰ ਬੋਲਿਆ ਜਾਂਦਾ ਹੈ, ਯਾਨੀ ਕਿ ਮੋਇਸਚਰ ਕੀ ਹੁੰਦਾ ਹੈ। ਹਵਾ ਦੇ ਵਿੱਚ ਮੌਜੂਦ ਜੀ ਜਲ ਵਾਸ਼ਪਾਂ ਨੂੰ ਹੀ ਨਮੀ ਕਿਹਾ ਜਾਂਦਾ ਹੈ। ਇਹ ਜਲ ਵਾਸ਼ਪ ਕੀ ਹੁੰਦੇ ਆ ਜੀ, ਇਹ ਸਮਝੋ ਜਦੋਂ ਪਾਣੀ ਜੀ ਗਰਮ ਹੁੰਦਾ ਹੈ ਤਾਂ ਉਸ ਦੇ ਜੋ ਕਣ ਹੁੰਦੇ ਆ ਜੋ ਉੱਪਰ ਉੱਠਦੇ ਆ ਤੇ ਉਹ ਹਵਾ ਦੇ ਵਿੱਚ ਉੱਡਣ ਲੱਗ ਜਾਂਦੇ ਆ, ਉਹ ਹਵਾ ਦੇ ਵਿੱਚ ਮਿਲ ਜਾਂਦੇ ਆ, ਇਹਨਾਂ ਨੂੰ ਹੀ ਬੋਲਿਆ ਜਾਂਦਾ ਹੈ ਜੀ ਜਲ ਵਾਸ਼ਪ। ਇੱਥੇ ਕੀ ਹੁੰਦਾ ਹੈ ਜੀ, ਇਹ ਚੀਜ਼ ਨੂੰ ਸਮਝੋ, ਇਹ ਪ੍ਰੋਸੈਸ ਕਿਵੇਂ ਚੱਲਦਾ ਹੈ। ਜਦੋਂ ਗਰਮ ਹਵਾ ਹੁੰਦੀ ਹੈ ਜੀ ਤੇ ਵਧੇਰੇ ਫੈਲ ਜਾਂਦੀ ਹੈ, ਜੋ ਹਵਾ ਦੇ ਕਣ ਹੁੰਦੇ ਆ ਜੀ ਇਹ ਦੂਰ ਦੂਰ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚ ਜੋ ਜਲ ਵਾਸ਼ਪਾਂ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ ਉਹ ਵਧੇਰੇ ਹੋ ਜਾਂਦੀ ਹੈ। ਇਸੇ ਕਰਕੇ ਜੋ ਗਰਮ ਹਵਾ ਹੁੰਦੀ ਹੈ ਜੀ ਇਸ ਦੇ ਵਿੱਚ ਜਲ ਵਾਸ਼ਪਾਂ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਵੇਂ ਜਿਵੇਂ ਜਲ ਵਾਸ਼ਪ ਜੀ ਹਵਾ ਦੇ ਨਾਲ ਉੱਪਰ ਨੂੰ ਉੱਠਦੇ, ਆਪਾਂ ਨੂੰ ਪਤਾ ਹੈ ਕਿ ਗਰਮ ਹਵਾ ਉੱਪਰ ਉੱਠਦੀ ਹੈ ਜੀ, ਤਾਂ ਜਿਵੇਂ ਜਿਵੇਂ ਉੱਪਰ ਨੂੰ ਉੱਠਦੇ ਆ ਤੇ ਇਹ ਜੀ ਉੱਪਰ ਜਾ ਕੇ ਠੰਡੇ ਹੋ ਜਾਂਦੇ ਨੇ ਅਤੇ ਪਾਣੀ ਦਾ ਰੂਪ ਧਾਰਨ ਕਰ ਲੈਂਦੇ ਨੇ ਜੀ, ਇਹ ਬੂੰਦਾਂ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਫਿਰ ਇਹ ਵਰਖਾ ਦੇ ਰੂਪ ਵਿੱਚ ਧਰਤੀ 'ਤੇ ਡਿੱਗਦੇ ਨੇ। ਜੋ ਬਾਰਿਸ਼ ਹੁੰਦੀ ਹੈ ਜੀ ਉਹ ਇਹ ਜਲ ਵਾਸ਼ਪਾਂ ਦੇ ਕਰਕੇ ਹੀ ਹੁੰਦੀ ਹੈ। ਇੱਥੇ ਇੱਕ ਹੋਰ ਇੰਪੋਰਟੈਂਟ ਫੈਕਟ ਆ ਜੀ ਜੋ ਕਈ ਵਾਰ ਆਪਣੇ ਦਿਮਾਗ 'ਚ ਆਉਂਦਾ ਕਿ ਜੋ ਸਰਦੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਜੀ ਕਿ ਜੋ ਹਵਾਈ ਜਹਾਜ਼ ਉੱਡਦੇ ਨੇ ਉਹਨਾਂ ਦੇ ਪਿੱਛੇ ਇੱਕ ਧੂਏ ਦੀ ਲਾਈਨ ਜੀ ਬਣ ਜਾਂਦੀ ਹੈ, ਉਹ ਕਿਉਂ ਦਿਖਾਈ ਦਿੰਦੀ ਹੈ ਤੇ ਉਹ ਗਰਮੀਆਂ ਦੇ ਵਿੱਚ ਕਿਉਂ ਨਹੀਂ ਦਿਖਾਈ ਦਿੰਦੀ। ਇਸ ਦੇ ਵਿੱਚ ਵੀ ਜੋ ਇਹ ਜਲ ਵਾਸ਼ਪ ਆ ਜੀ ਇਹਨਾਂ ਦਾ ਰੋਲ ਹੁੰਦਾ ਹੈ। ਇਹ ਕੀ ਹੈ ਜੀ, ਇਸ ਨੂੰ ਸਮਝਦੇ ਹਾਂ। ਜਦੋਂ ਸਰਦੀਆਂ ਦੇ ਵਿੱਚ ਜੀ ਹਵਾ ਠੰਡੀ ਹੁੰਦੀ ਹੈ ਤਾਂ ਉਸ ਸਮੇਂ ਹਵਾ ਜ਼ਿਆਦਾ ਉਹ ਫੈਲਦੀ ਨਹੀਂ, ਤਾਂ ਹਵਾ ਦੇ ਵਿੱਚ ਜੀ ਮੌਜੂਦ ਹੁੰਦੇ ਆ ਜਲ ਵਾਸ਼ਪ। ਜਦੋਂ ਆਪਣੇ ਤਰੇਲ ਪੈਂਦੀ ਹੈ ਜੀ ਉਹ ਵੀ ਇਹਨਾਂ ਜਲ ਵਾਸ਼ਪਾਂ ਦਾ ਹੀ ਇੱਕ ਰੂਪ ਮੰਨ ਸਕਦੇ ਹਾਂ ਜੀ ਆਪਾਂ। ਉਸ ਸਮੇਂ ਕੀ ਹੁੰਦਾ ਹੈ ਜੀ, ਜਦੋਂ ਪਲੇਨ ਹਵਾ ਦੇ ਵਿੱਚ ਦੀ ਗੁਜ਼ਰਦਾ ਹੈ ਤਾਂ ਉਸ ਦੇ ਵਿੱਚੋਂ ਜੋ ਵੀ ਫਿਊਲ ਨਿਕਲਦਾ ਹੈ ਜੀ, ਜੋ ਉਸ ਦਾ ਧੂੰਆਂ ਬਾਹਰ ਨਿਕਲਦਾ ਹੈ ਉਹ ਹਵਾ ਦੇ ਵਿੱਚ ਜੀ ਜੰਮ ਜਾਂਦਾ ਹੈ ਇਹਨਾਂ ਜਲ ਵਾਸ਼ਪਾਂ ਦੇ ਉੱਪਰ। ਇਸ ਕਰਕੇ ਜੀ ਉਹ ਇੱਕ ਲਾਈਨ ਦੇ ਰੂਪ ਵਿੱਚ ਆਪਾਂ ਨੂੰ ਦਿਖਦਾ ਹੈ, तो केवल सर्दियों के इसे ਲਈ दिखता है क्योंकि उस समय जो हवा होंगी वह भी ठंडी होंगी है, तो जो जल वाष्प आ जी ये भी पानी दी बूंदा के रूप में पाए जाते हैं। इत्थे समाप्त होता है जी अपना अज का चैप्टर। होप सो तुहानूं वीडियो वधिया ढंग नाल समझ आई होगी। वीडियो नूं वधिया ढंग नाल समझण लई जी वीडियो नूं घट्टो घट्ट 2 बार जरूर देख लिया करो। जेकर फिर भी तुहाडा कोई डाउट है जी तो तुसीं कमेंटां दे विच पुछ सकदे हो। वीडियो किवें लगी है जी इस दे बारे भी अपने कमेंटां दे विच विचार जरूर दसना। वीडियो चंगी लगी तो जी वीडियो नूं लाइक जरूर कर दो। वीडियो का PDF लैन लिए जी पंजाब एजुकेशन चैनल में टैलीग्राम ऐप पर फॉलो करो। टैलीग्राम का लिंक जी डिस्क्रिप्शन बॉक्स से दिता होया। पंजाब एजुकेशन चैनल में हुण तुसीं इंस्टाग्राम पर भी फॉलो कर सकते हो। इंस्टाग्राम पर फॉलो करने लई जी लिंक डिस्क्रिप्शन बॉक्स से दिता होया। जेकर वीडियो चंगी लगी है तो जी वीडियो को लाइक करना तो शेयर करना ना भुलना जी। जेकर अजे तक चैनल को सबसक्राइब नहीं किया जी तो पंजाब एजुकेशन चैनल को सबसक्राइब कर लो। पंजाब एजुकेशन चैनल हुण तुसीं टैलीग्राम ते इंस्टाग्राम पर भी फॉलो कर सकते हो। लिंक डिस्क्रिप्शन बॉक्स है जी, जाके पंजाब एजुकेशन चैनल हुणे फॉलो करो।